ਕਰਤਾਰ ਸਿੰਘ ਦੁੱਗਲ ਦੀ ਕਹਾਣੀ ਹੈ ਜ਼ੀਨਤ ਆਪਾ। ਤੂੰ ਮੇਰਾ ਇਹ ਕੱਦ ਵੇਖਿਆ ਹੈ? ਜੇ ਇਤਨਾ ਕੱਦ ਕਿਸੇ ਕੁੜੀ ਦਾ ਹੋਵੇ। ਤੂੰ ਮੇਰੀਆਂ ਗੱਲਾਂ ਦੀ ਲਾਲੀ ਵੇਖੀ ਹੈ? ਜੇ ਇਹੋ ਜਿਹੀ ਲਾਲੀ ਕਿਸੇ ਕੁੜੀ ਦੀਆਂ ਗੱਲਾਂ ਉੱਤੇ ਖੇਡਦੀ ਹੋਵੇ। ਤੂੰ ਮੇਰੇ ਇਹ ਵਾਲ ਵੇਖੇ ਨੇ? ਜੇ ਇਸ ਤਰ੍ਹਾਂ ਦੇ ਸ਼ਾਹ ਕਾਲੇ ਰੇਸ਼ਮ ਵਰਗੇ ਵਾਲ ਕਿਸੇ ਕੁੜੀ ਦੇ ਹੋਣ ਤੇ ਫਿਰ ਉਹ ਕੁੜੀ ਕਿਹੋ ਜਿਹੀ ਹੋਵੇਗੀ? ਮੇਰਾ ਦੋਸਤ ਰਸ਼ੀਦ ਇੱਕੋ ਸਾਹ ਬੋਲ ਰਿਹਾ ਸੀ। ਇਸ ਤਰ੍ਹਾਂ ਦੀ ਕੁੜੀ ਸੀ ਜ਼ੀਨਤ ਆਪਾ, ਜਿਵੇਂ ਅਰਸ਼ੋਂ ਲੱਥੀ ਪਰੀ ਹੋਵੇ, ਸੁੱਚਾ ਮੋਤੀ। ਖਿੜ-ਖਿੜ ਹੱਸਦੀ ਸੀ। ਆਵਾਜ਼ ਸਾਰੇ ਮਹੱਲੇ ਵਿੱਚ ਜਾਂਦੀ ਸੀ। ਆਂਢ ਗੁਆਂਢ ਵਿੱਚ ਜ਼ੀਨਤ ਜ਼ੀਨਤ ਹੁੰਦੀ ਰਹਿੰਦੀ। ਜਿਸ ਵਿਹੜੇ ਵਿੱਚ ਖਲੋਂਦੀ, ਜਿਸ ਆਂਗਨ ਵਿੱਚ ਬੈਠਦੀ, ਖੁਸ਼ੀਆਂ ਖਲੇਰਦੀ ਰਹਿੰਦੀ। ਲੋਕੀ ਲੱਖ ਲੱਖ ਉਹਦੀਆਂ ਖਾਤਰਾਂ ਕਰਦੇ। ਕਿਸੇ ਦੇ ਘਰ ਵਧੀਆ ਬੇਰ ਆਂਦੇ, ਘਰ ਵਾਲੀ ਚੁੱਕ ਜ਼ੀਨਤ ਲਈ ਰੱਖ ਦਿੰਦੀ। ਜ਼ੀਨਤ ਨੂੰ ਖੱਟੇ ਮਿੱਠੜੇ ਬੇਰਾਂ ਨਾਲ ਬੜਾ ਜੋੜ ਸੀ। ਕਿਸੇ ਘਰ ਕਰਾਰੇ ਭੁੱਜੇ ਹੋਏ ਸੱਤੂ ਹੁੰਦੇ, ਗੰਢ ਮਾਰ ਕੇ ਜ਼ੀਨਤ ਲਈ ਸੰਭਾਲ ਦਿੱਤੇ ਜਾਂਦੇ। ਜ਼ੀਨਤ ਨੂੰ ਸੱਤੂ ਪਸੰਦ ਸਨ। ਜ਼ੀਨਤ ਨੂੰ ਬੋਲੀ ਚੰਗੀ ਲੱਗਦੀ ਸੀ। ਪਿੰਡ ਵਿੱਚ ਕਿਸੇ ਘਰ ਮੈਂ ਗਾਂ ਸੁਣਦੀ, ਜ਼ੀਨਤ ਲਈ ਬੋਲੀ ਤੁਰਦੀ ਰਹਿੰਦੀ। ਨੰਬਰਦਾਰ ਪਿਓ ਦੀ ਹਵੇਲੀ ਨੂੰ ਜਦੋਂ ਜ਼ੀਨਤ ਵੱਡੀ ਹੋਈ, ਲੋਕਾਂ ਨੇ ਜ਼ੀਨਤ ਦੀ ਹਵੇਲੀ ਸੱਦਣਾ ਸ਼ੁਰੂ ਕਰ ਦਿੱਤਾ। ਸਾਰੀ ਦੁਪਹਿਰ ਠੰਡੀਆਂ ਘਰ ਵਿੱਚ ਬਿਠਾਈ ਰੱਖਦੀ। ਆਪ ਗਾਉਂਦੀ ਰਹਿੰਦੀ, ਉਹਨਾਂ ਦੇ ਗੀਤ ਸੁਣਦੀ ਰਹਿੰਦੀ, ਗਾਉਂਦੀ ਤੇ ਨੱਚਦੀ। ਲੋਕੀ ਬਨੇਰਿਆਂ ਤੋਂ ਝਾਂਕ ਝਾਂਕ ਕੇ ਕੰਧਾਂ ਨਾਲ ਕੰਨ ਲਾ ਲਾ ਕੇ ਜ਼ੀਨਤ ਨੂੰ ਗਾਉਂਦਿਆਂ ਸੁਣਦੇ ਰਹਿੰਦੇ। ਕਿਤਨਾ ਉੱਚਾ ਗਾਉਂਦੀ ਤੇ ਹੱਸਦੀ। ਗੱਲ ਗੱਲ 'ਤੇ ਖਿੜ-ਖਿੜ ਹੱਸਣ ਲੱਗ ਪੈਂਦੀ। ਹੱਸ ਰਹੀ ਜ਼ੀਨਤ ਦੀਆਂ ਗੱਲਾਂ ਵਿੱਚੋਂ ਜਿਵੇਂ ਲਹੂ ਚੋਣ ਲੱਗ ਪੈਂਦਾ, ਲਾਲ ਬਿੰਬ ਹੋ ਜਾਂਦੀਆਂ। ਹੱਸ ਰਹੀ ਦੇ ਵਾਲ ਖਿੰਡ ਪੁੰਡ ਜਾਂਦੇ। ਕਿਤਨੀ ਪਿਆਰੀ ਲੱਗਦੀ, ਜਿਵੇਂ ਆਪ ਮੁਹਾਰਾ ਉੱਡ ਰਿਹਾ ਕੋਈ ਪੰਛੀ ਹੋਵੇ। ਤੇ ਫਿਰ ਜ਼ੀਨਤ ਦਾ ਵਿਆਹ ਕਰ ਦਿੱਤਾ ਗਿਆ। ਜਿਵੇਂ ਅਰਸ਼ਾਂ ਵਿੱਚ ਉੱਡ ਰਹੇ ਕਿਸੇ ਪੰਛੀ ਨੂੰ ਹੇਠ ਧਰਤੀ ਉੱਤੇ ਪਟਕਾ ਦਿੱਤਾ ਜਾਏ। ਜ਼ੀਨਤ ਨੇ ਇੱਕ ਬੋਲ ਮੂੰਹੋਂ ਨਾ ਕੱਢਿਆ। ਮੁੰਡਾ ਕੋਈ ਦਾਦੇ ਪੋਤਰਾ ਸੀ। ਜ਼ੀਨਤ ਨੇ ਸੁਣਿਆ ਤੇ ਉਸ ਦਾ ਹਾਸਾ ਉਹਦੇ ਮੂੰਹ ਤੋਂ ਉੱਡ ਗਿਆ। ਜ਼ੀਨਤ ਨੇ ਸੁਣਿਆ ਤੇ ਉਹਦੇ ਗੀਤ ਉਹਦੀਆਂ ਬੁੱਲੀਆਂ ਤੋਂ ਝੜ ਗਏ। ਜ਼ੀਨਤ ਨੇ ਸੁਣਿਆ ਤੇ ਉਹਦੀਆਂ ਅੱਖਾਂ ਵਿੱਚੋਂ ਉਹਦੀ ਰੌਣਕ ਹਿੱਸ ਗਈ। ਜ਼ੀਨਤ ਵਰਗੀ ਕੋਈ ਭੈਣ ਹੋਵੇਗੀ। ਜਦੋਂ ਮੈਨੂੰ ਰਾਤ ਰਾਤ ਭਰ ਨੱਟਾਂ ਦੀ ਰਾਸ ਵੇਖਣ ਦੀ ਚਟਲਾਸ ਪੈ ਗਈ। ਜਦੋਂ ਅੱਧੀ ਅੱਧੀ ਰਾਤ ਕਵਾਲਾਂ ਦੇ ਕਵਾਲੀਆਂ ਸੁਣਨ ਦਾ ਮੇਰਾ ਜੀਅ ਕਰਦਾ। ਜਦੋਂ ਸਾਡੇ ਗੁਆਂਢ ਖਾਨਾ ਬਦੋਸ਼ਾਂ ਨੇ ਝੁੱਗੀਆਂ ਆਣ ਪਾਈਆਂ ਤੇ ਖਾਨਾ ਬਦੋਸ਼ਾਂ ਦੀਆਂ ਸਿੱਥਾਂ ਲਾ ਕੇ ਪੱਟੀਆਂ ਜਮਾਉਣ ਵਾਲੀਆਂ ਮਸਤਾਈਆਂ ਹੋਈਆਂ ਖਾਨਾ ਬਦੋਸ਼ਾਂ ਨੂੰ ਵੇਖਣ ਲਈ ਮੇਰਾ ਦਿਲ ਲਲਚਾਇਆ ਰਹਿੰਦਾ। ਮੈਨੂੰ ਪੋਲੇ ਜਿਹੇ ਹਵੇਲੀ ਤੋਂ ਬਾਹਰ ਕੱਢ। ਉੱਤੋਂ ਖਿੜਕੀ ਵਿੱਚੋਂ ਉਹ ਮੇਰੀ ਸ਼ੇਰਵਾਨੀ ਸੁੱਟਿਆ ਕਰਦੀ ਸੀ। ਸ਼ੇਰਵਾਨੀ ਦੇ ਜੇਬ ਵਿੱਚ ਹਮੇਸ਼ਾ 5 ਦਾ ਨੋਟ ਰੱਖਿਆ ਹੁੰਦਾ ਸੀ। ਇੱਕ ਭੈਣ ਦੀ ਫੂਹੀ ਫੂਹੀ ਕਰਕੇ ਬਚਾਈ ਪੂੰਜੀ ਆਪਣੇ ਜਵਾਨ ਹੋ ਰਹੇ ਵੀਰ ਦੀ ਖੁਸ਼ੀ ਲਈ। ਜ਼ੀਨਤ ਵਰਗੀ ਕੋਈ ਧੀ ਹੋਵੇਗੀ। ਉਸ ਦਾ ਅੱਬਾ ਉਸ ਦੇ ਸਾਕ ਲਈ ਇਕਰਾਰ ਕਰਕੇ ਆਇਆ ਤੇ ਉਸ ਆਪਣੇ ਪੇਵਰੇ ਦੀ ਰਜ਼ਾ ਨੂੰ ਸਿਰ ਮੱਥੇ 'ਤੇ ਰੱਖ ਲਿਆ। ਉਸ ਨੂੰ ਪਤਾ ਸੀ ਉਸ ਦਾ ਦਾਦੇ ਪੋਤਰਾ ਕੱਦ ਵਿੱਚ ਉਸ ਤੋਂ ਅੱਧਾ ਸੀ। ਮਿੱਠਾ ਖਾ ਖਾ ਕੇ ਉਸ ਦੇ ਦੰਦ ਖੋਖੇ ਹੋ ਗਏ ਸਨ। ਅੱਖਾਂ ਵੀ ਚੁੰਨੀਆਂ ਸਨ। ਪੜ੍ਹੇ ਲਿਖੇ ਬਿਨਾਂ ਅੱਖਾਂ ਕਮਜ਼ੋਰ ਹੋ ਗਈਆਂ ਸਨ। 4 ਜਮਾਤਾਂ ਨਹੀਂ ਸਨ ਉਸ ਤੋਂ ਪਾਸ ਹੋਈਆਂ। ਸਾਰਾ ਦਿਨ ਵਿਹਲਾ ਫਿਰਦਾ ਰਹਿੰਦਾ ਸੀ। ਆਪਣੇ ਪਿਓ ਦੀ ਜ਼ਮੀਨ ਨੂੰ ਕੁਤਰ ਕੇ ਖਾ ਰਿਹਾ ਸੀ। ਦਾਰੂ ਪੀ ਕੇ ਗਲੀਆਂ ਵਿੱਚ ਫਿਰਨਾ, ਸਿਗਰਟਾਂ ਪੀਣੀਆਂ ਤੇ ਧੂਏ ਦੇ ਗੋਲ ਚੱਕਰ ਬਣਾਏ ਰਹਿਣਾ, ਬਸ ਇਹ ਉਸ ਦਾ ਕੰਮ ਸੀ। ਜ਼ੀਨਤ ਨੇ ਸ਼ਿਕਾਇਤ ਕਰਨ ਦਾ ਬੋਲ ਆਪ ਦੇ ਮੂੰਹ 'ਤੇ ਨਾ ਲਿਆਂਦਾ। ਕੋਈ ਫਰਿਆਦ ਨਾ ਕੀਤੀ। ਇੱਕ ਹੰਝੂ ਉਹਦੀਆਂ ਪਲਕਾਂ ਵਿੱਚ ਨਹੀਂ ਸੀ। ਜਦੋਂ ਉਹਦੇ ਅੱਬਾ ਨੇ ਉਹਨੂੰ ਕਲਾਵੇ ਵਿੱਚ ਲੈ ਕੇ ਡੋਲੇ ਵਿੱਚ ਜਾ ਰੱਖਿਆ ਤੇ ਫਿਰ ਜ਼ੀਨਤ ਦੇ ਘਰ ਇੱਕ ਬੱਚਾ ਹੋਇਆ। ਅਗਲੇ ਸਾਲ ਹੋਰ ਇੱਕ ਮੁੰਡਾ ਹੋਇਆ। ਉਸ ਤੋਂ ਅਗਲੇ ਸਾਲ ਇੱਕ ਹੋਰ ਲੜਕਾ।
ਤੇ ਫਿਰ ਹਰ ਵਰੇ ਇੱਕ ਬੱਚਾ ਜ਼ੀਨਤ 'ਤੇ ਹੋ ਜਾਂਦਾ। ਬੱਚਿਆਂ ਨਾਲ ਉਹਦਾ ਵਿਹੜਾ ਭਰ ਗਿਆ। ਬੱਚਿਆਂ ਦੇ ਖਲ ਜਗਨ ਵਿੱਚ ਡੁੱਬੀ ਜ਼ੀਨਤ ਕਿੰਨਾ ਕਿੰਨਾ ਚਿਰ ਆਪਣੇ ਅੱਬਾ ਦੇ ਫੇਰਾ ਨਾ ਮਾਰਦੀ। ਕਈ ਵਾਰ ਵਰਾ ਗੁਜ਼ਰ ਜਾਂਦਾ। ਬਹੁਤ ਉਧਰਦਾ ਤੇ ਉਹਦਾ ਅੱਬਾ ਉਹਨੂੰ ਜਾ ਕੇ ਮਿਲ ਆਉਂਦਾ। ਜ਼ੀਨਤ ਵਰਗੀ ਕੋਈ ਮਾਂ ਹੋਵੇਗੀ? 7 ਦੇ 7 ਉਹਦੇ ਬੱਚੇ ਸਾਫ ਸੁਥਰੇ, ਸੋਹਣੇ ਸੋਹਣੇ, ਉੱਚੜੇ ਪੁੱਚੜੇ ਜ਼ੀਨਤ ਦੀ ਨੁਹਾਰ ਸਨ। ਪੜ੍ਹਨ ਵੇਲੇ ਪੜ੍ਹਨ ਵਿੱਚ ਸਭ ਤੋਂ ਅੱਗੇ, ਖੇਡਣ ਵਿੱਚ ਸਭ ਤੋਂ ਜ਼ਬਰ। ਨਿੱਕੀ ਕੁਛੜਲੀ ਧੀ ਜਿਵੇਂ ਗੁੱਡੀ ਹੋਵੇ, ਸਭ ਤੋਂ ਛੋਟੀ ਤੇ ਸਭ ਤੋਂ ਪਿਆਰੀ। ਖਿਡੌਣੇ ਦਾ ਖਿਡੌਣਾ। ਉਸ ਦੇ ਬੱਚਿਆਂ ਦਾ ਬੈਠਣ ਦਾ ਸਲੀਕਾ, ਉੱਠਣ ਦਾ ਸਲੀਕਾ, ਗੱਲ ਕਰਨ ਦਾ ਸਲੀਕਾ ਆਂਢ ਗੁਆਂਢ ਵਾਲੇ ਵੇਖ ਕੇ ਮੂੰਹ ਵਿੱਚ ਉਂਗਲੀਆਂ ਪਏ ਲੈਂਦੇ। ਕਿਸੇ ਬੱਚੇ ਦਾ ਮੱਥਾ ਤੱਤਾ ਹੁੰਦਾ, ਜ਼ੀਨਤ ਨੂੰ ਖਾਣ ਪੀਣ ਵਿਸਰ ਜਾਂਦਾ। ਝੱਲੀ ਹੋਈ ਉਹਨੂੰ ਕੁੱਛੜ ਲੈ ਕੇ ਬੈਠੀ ਰਹਿੰਦੀ। ਕਦੀ ਕੋਈ ਦਾਰੂ ਕਰਦੀ, ਕਦੀ ਕੋਈ ਦਵਾਈ ਦਿੰਦੀ। ਹੱਥ ਟੱਡ ਕੇ ਦੁਆਵਾਂ ਮੰਗਦੀ ਰਹਿੰਦੀ, ਮੰਨਤਾਂ ਮੰਨਦੀ ਰਹਿੰਦੀ, ਖਰਾਤਾਂ ਦਿੰਦੀ ਰਹਿੰਦੀ। ਬੱਚਿਆਂ ਨੂੰ ਪੜ੍ਹਾਉਣ ਲਈ ਜ਼ੀਨਤ ਆਪ ਪੜ੍ਹਦੀ ਰਹਿੰਦੀ। ਪੌਣੀਆਂ ਡੋਚਿਆਂ ਦੇ ਪਹਾੜੇ, ਅਕਬਰ ਔਰੰਗਜ਼ੇਬ ਦੀਆਂ ਲੜਾਈਆਂ, ਫਾਰਸੀ ਅਰਬੀ ਦੀਆਂ ਗਰਦਾਨਾਂ। ਤੇ ਫਿਰ ਜ਼ੀਨਤ ਦਾ ਵੱਡਾ ਪੁੱਤਰ ਕਾਲਜ ਵਿੱਚ ਪੁੱਜ ਗਿਆ। ਕਿੰਨਾ ਸੋਹਣਾ ਜਵਾਨ ਨਿਕਲਿਆ ਸੀ। ਉਸ ਵੱਲ ਵੇਖਦੇ ਭੁੱਖ ਨਾ ਲੱਥਦੀ। ਤੇ ਫਿਰ ਜ਼ੀਨਤ ਦਾ ਘਰਵਾਲਾ ਗੁਜ਼ਰ ਗਿਆ। 4 ਦਿਨ ਬਿਮਾਰ ਰਿਹਾ ਤੇ ਖਤਮ ਹੋ ਗਿਆ। ਮਾਮੂਲੀ ਜਿਹਾ ਬੁਖਾਰ ਸੀ। ਇੱਕ ਵਾਰ ਪਲੰਗ 'ਤੇ ਪਿਆ, ਫਿਰ ਉੱਠ ਨਹੀਂ ਸਕਿਆ। ਇਤਨੇ ਵੱਡੇ ਜ਼ਿਮੀਂਦਾਰ ਦੀ ਇਸ ਬੇਵਕਤ ਮੌਤ ਨੇ ਲੋਕਾਂ ਨੇ ਪਿੱਟ ਕੇ ਟੋਟੇ ਲਾ ਸੁੱਟੇ। ਆਂਢੀ ਗੁਆਂਢੀ ਸਾਕ ਸੰਬੰਧੀ ਰੋ ਕੇ ਝੱਲੇ ਹੁੰਦੇ ਰਹਿੰਦੇ। ਪਰ ਜ਼ੀਨਤ ਦੀ ਅੱਖ ਵਿੱਚ ਕਿਸੇ ਇੱਕ ਅਥਰੂ ਨਾ ਡਿੱਠਾ। ਉਸ ਦਾ ਖਾਵੰਦ ਬਿਮਾਰ ਪਿਆ, ਉਹ ਸ਼ਾਂਤ ਅਡੋਲ ਸੀ। ਉਸ ਦੇ ਖਾਵੰਦ ਦੀ ਹਾਲਤ ਨਾਜ਼ੁਕ ਹੋ ਗਈ, ਉਹ ਸ਼ਾਂਤ ਅਡੋਲ ਸੀ। ਉਸ ਦੇ ਖਾਵੰਦ ਨੂੰ ਦਫਨਾ ਕੇ ਲੋਕੀ ਮੁੜ ਆਏ, ਉਹ ਸ਼ਾਂਤ ਅਡੋਲ ਸੀ। ਲੋਕੀ ਜ਼ੀਨਤ ਦੇ ਮੂੰਹ ਵੱਲ ਵੇਖ ਕੇ ਹੈਰਾਨ ਹੁੰਦੇ। ਉਹਦੇ ਬੱਚਿਆਂ ਨੂੰ ਗਲ ਲਾ ਰੋਂਦੇ, ਪਰ ਜ਼ੀਨਤ ਦੀਆਂ ਪਲਕਾਂ ਗਿੱਲੀਆਂ ਨਾ ਹੋਈਆਂ। 1 ਦਿਨ, 2 ਦਿਨ, 3 ਦਿਨ, ਹਫ਼ਤਾ, 10 ਦਿਨ ਤੇ ਫਿਰ ਜ਼ੀਨਤ ਟੰਮਾ ਟੀਹਾ ਚੁੱਕ ਕੇ ਆਪਣੇ ਪੇਕੇ ਆ ਗਈ। ਆਪ ਵੀ ਆ ਗਈ, ਆਪਣੇ ਬੱਚਿਆਂ ਨੂੰ ਵੀ ਲੈ ਆਈ। ਆਪਣੇ ਅੱਬਾ ਦੀ ਇੱਕੋ ਇੱਕ ਧੀ, ਆਪਣੇ ਵੀਰੇ ਦੀ ਇੱਕੋ ਇੱਕ ਭੈਣ। ਜ਼ੀਨਤ ਕਿਸ ਨੂੰ ਪਾਰੀ ਸੀ? ਉਹਦੀਆਂ ਲੱਖ ਖਾਤਰਾਂ ਹੁੰਦੀਆਂ, ਪਰ ਲੋਕੀ ਅਚੰਭਾ ਹੁੰਦੇ ਸਨ। ਆਪਣੇ ਖਾਵੰਦ ਦੀ ਮੌਤ ਉੱਤੇ ਜ਼ੀਨਤ ਨੇ ਇੱਕ ਹੋਕਾ ਨਹੀਂ ਭਰਿਆ ਸੀ। ਜ਼ੀਨਤ ਦਾ ਬੁੱਢਾ ਪਿਓ ਆਪਣੀ ਬੱਚੀ ਦੇ ਦੁੱਖ ਦਾ ਸੋਚ ਕੇ ਹੈਰਾਨ ਹੁੰਦਾ ਰਹਿੰਦਾ। ਆਂਢੀ ਗੁਆਂਢੀ ਹੈਰਾਨ ਸਨ। ਉਸ ਦੇ ਬੱਚਿਆਂ ਦਾ ਪਿਓ ਤੁਰ ਗਿਆ ਸੀ ਤੇ ਬੱਚਿਆਂ ਦੀ ਮਾਂ ਨੇ ਕਦੀ ਇੱਕ ਵਾਰ ਉਸਨੂੰ ਯਾਦ ਨਹੀਂ ਸੀ ਕੀਤਾ। ਕਈ ਮਹੀਨੇ ਗੁਜ਼ਰ ਗਏ। ਬੈਠੇ ਇੱਕ ਦਿਨ ਜ਼ੀਨਤ ਆਪਾ ਦੇ ਖਾਵੰਦ ਦਾ ਜ਼ਿਕਰ ਆਇਆ ਤੇ ਉਹ ਚੁੱਪ ਹੋ ਗਈ। ਜਦੋਂ ਵੀ ਉਹਦੇ ਘਰਵਾਲੇ ਦਾ ਕਦੀ ਚਰਚਾ ਛਿੜਦਾ ਸੀ, ਉਹ ਚੁੱਪ ਹੋ ਜਾਂਦੀ ਸੀ। ਉਸ ਦਿਨ ਵੀ ਅਸੀਂ ਇਕੱਲੇ ਸਾਂ ਤੇ ਮੈਂ ਖਾਸ ਤੌਰ 'ਤੇ ਉਸ ਤੋਂ ਪੁੱਛਿਆ, ਜ਼ੀਨਤ ਆਪਾ, ਤੁਸੀਂ ਇੱਕ ਅਥਰੂ ਨਹੀਂ ਘੇਰਿਆ? ਤੁਹਾਡੇ ਸਿਰ ਦਾ ਮਾਲਕ ਤੁਹਾਡੇ ਸਿਰ ਤੋਂ ਉੱਠ ਗਿਆ। ਕਿਸ ਦੇ ਸਿਰ ਦਾ ਮਾਲਕ? ਜ਼ੀਨਤ ਆਪਾ ਅੱਗੋਂ ਤੜਫ ਕੇ ਬੋਲੀ, ਕਿਸ ਦੇ ਸਿਰ ਦਾ ਮਾਲਕ? ਮੇਰਾ ਕੋਈ ਖਾਵੰਦ ਨਹੀਂ। ਮੈਂ ਤੇ ਇੱਕ ਦਿਨ ਵੀ ਉਸਨੂੰ ਕਦੀ ਆਪਣਾ ਖਾਵੰਦ ਨਹੀਂ ਸਮਝਿਆ ਤੇ ਮੈਂ ਇੱਕ ਪਲ ਲਈ ਵੀ ਕਦੀ ਉਸ ਦੀ ਤ੍ਰੀਮਤ ਨਹੀਂ ਬਣੀ। ਹਾਂ, ਕੋਈ ਪਿਓ ਹੋ ਸਕਦਾ ਹੈ, ਕਿਸੇ ਬੱਚਿਆਂ ਦਾ ਕੋਈ ਪਿਓ ਹੋ ਸਕਦਾ ਹੈ, ਪਰ ਕਿਸੇ ਦੇ ਦਿਲ ਦੇ ਤਖਤ ਹਜ਼ਾਰੇ ਦਾ ਕੋਈ ਰਾਂਝਾ ਨਹੀਂ ਬਣ ਸਕਦਾ। ਕਿਸੇ ਦੀ ਮਰਜ਼ੀ ਤੋਂ ਬਿਨਾਂ ਕੋਈ ਕਿਸੇ ਦਾ ਘਰ ਵਾਲਾ ਹੋ ਸਕਦਾ ਹੈ, ਦਿਲ ਵਾਲਾ ਨਹੀਂ ਹੋ ਸਕਦਾ। ਜ਼ੀਨਤ ਦਾ ਬੰਦ ਫਰਿਆਦ ਕਰ ਰਿਹਾ ਸੀ ਤੇ ਫਿਰ ਉਹ ਫੁੱਟ ਰੋਣ ਲੱਗ ਪਈ। ਵਰਾ 2 ਵਰੇ ਜ਼ੀਨਤ ਫਿਰ ਆਪਣੇ ਪਿੰਡ ਦੀ ਜਿਵੇਂ ਜਿੰਦ ਜਾਨ ਬਣ ਗਈ। ਹੱਸਦੀ ਰਹਿੰਦੀ, ਲੋਕਾਂ ਨੂੰ ਹਸਾਉਂਦੀ ਰਹਿੰਦੀ, ਕੰਮ ਕਰਦੀ ਰਹਿੰਦੀ, ਲੋਕਾਂ ਦੇ ਕੰਮ ਆਉਂਦੀ ਰਹਿੰਦੀ।
ਉਸ ਦੇ ਮੂੰਹ ਤੋਂ ਗੁੰਮ ਗਈ ਉਹਦੀ ਲਾਲੀ ਫੇਰ ਉਹਦੀਆਂ ਗੱਲਾਂ ਉੱਤੇ ਆ ਗਈ। ਉਸ ਦਾ ਸਰੂ ਵਰਗਾ ਉੱਚਾ ਕੱਦ, ਉਸ ਦੇ ਗਜ਼-ਗਜ਼ ਲੰਬੇ ਵਾਲ, ਕੋਈ ਇਸ ਧਰਤੀ ਦੀ ਚੀਜ਼ ਥੋੜ੍ਹੀ ਲੱਗਦੀ ਸੀ ਜ਼ੀਨਤ, ਜਿਵੇਂ ਅਸਮਾਨੋਂ ਲੱਥੀ ਪਰੀ ਹੋਵੇ। ਹਰ ਵਿਹੜੇ ਵਿੱਚ ਉਸ ਦੀ ਉਡੀਕ ਹੁੰਦੀ, ਹਰ ਆਂਗਨ ਵਿੱਚ ਉਸ ਦੀ ਆਸ ਲੱਗੀ ਰਹਿੰਦੀ। ਧੰਨਵਾਦ।